ਇਸ ਉੱਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 28 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਹਮਣੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਵੀਸਲਾ ਪਰਿਵਾਰ ਫਰੈਂਸਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਭਈ ਸਟੱਡੀ ਆਫਟਰ ਸਟੱਡੀ ਜਿਹੜੀ ਆ ਉਹ ਇੰਡੀਕੇਟ ਕਰਦੀ ਆ ਵੀ ਜਿਹੜੇ ਇਮੀਗ੍ਰੈਂਟਸ ਆ USA ਦੇ ਵਿੱਚ ਲੀਗਲੀ ਜਿਹੜੇ ਹੈਗੇ ਆ, ਉਹ ਜੋ ਪਹਿਲਾਂ ਤੋਂ ਇੱਥੇ ਦੇ ਜਿਹੜੇ US ਸਿਟੀਜ਼ਨ ਹੈਗੇ ਜਾਂ ਇੱਥੇ ਦੇ ਬੋਰਨ US ਸਿਟੀਜ਼ਨ ਆ, ਉਹਨਾਂ ਨਾਲੋਂ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜਾ ਆ ਕ੍ਰਾਈਮ ਕਰਦੇ ਆ। ਕਹਿੰਦੇ ਮੇਬੀ 1% ਦੇ ਕਰੀਬ ਆ। ਪਰ ਅੱਜ ਵਾਈਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਕੈਰੋਲਿਨ ਲਵੇਟ, ਜੋ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ, ਉਹਨਾਂ ਨੂੰ ਜਦੋਂ ਪੱਤਰਕਾਰਾਂ ਨੇ ਕੁਐਸਚਨ ਪੁੱਛਿਆ ਵੀ ਤੁਸੀਂ ਕਿੰਨੇ ਜਿਹੜੇ 3500 ਦੇ ਕਰੀਬ ਫੜੇ ਗਏ ਆ ਅਨਡਾਕੂਮੈਂਟਡ, ਉਹ ਉਹਨਾਂ ਚੋਂ ਕਿੰਨੇ ਕ੍ਰਿਮੀਨਲਸ ਆ, ਤੇ ਉਹਨਾਂ ਦਾ ਇਹ ਜਵਾਬ ਸੀ ਵੀ ਉਹ ਸਾਰੇ ਦੇ ਸਾਰੇ ਕ੍ਰਿਮੀਨਲ ਹੈਗੇ ਆ, ਕਿਉਂਕਿ ਉਹਨਾਂ ਨੇ ਉਸ ਲਾ ਨੂੰ ਬ੍ਰੇਕ ਕੀਤਾ ਨੇਸ਼ਨ ਦਾ, ਅਮਰੀਕਾ ਦਾ, ਵੀ ਉਹ ਇਲੀਗਲੀ ਕ੍ਰਾਸ ਕਰਕੇ ਅਮਰੀਕਾ ਦੇ ਵਿੱਚ ਆਏ ਹੈਗੇ ਆ। ਹਾਲਾਂਕਿ ਕਹਿੰਦੇ ਵੀ ਜੋ US ਦੇ ਵਿੱਚ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਡਿਟੇਨ ਕੀਤੇ ਗਏ ਆ US ਮੈਕਸੀਕੋ ਬਾਰਡਰ ਤੇ ਵੀ ਜਾਂ ਭੇਜੇ ਗਏ ਹੈਗੇ ਆ, ਉਹਨਾਂ ਦੇ ਵਿੱਚ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲਵ ਸੀਗੇ। 0.5% ਜਿਹੜੇ 1.8 ਮਿਲੀਅਨ ਦੇ ਕਰੀਬ ਇਮੀਗ੍ਰੇਸ਼ਨ ਦੇ ਕੇਸਿਸ ਕੋਰਟਸ ਦੇ ਵਿੱਚ ਹੈਗੇ ਆ, ਉਹ ਸਿਰਫ ਕ੍ਰਾਈਮ 'ਚ ਇਨਵੋਲਵ ਆ 8400 ਦੇ ਕਰੀਬ, ਜੇ 1.8 ਮਿਲੀਅਨ ਦੇ ਕਰੀਬ ਦੇਖਿਆ ਜਾਵੇ। ਪਿਛਲੇ 40 ਸਾਲਾਂ ਦੇ ਦੌਰਾਨ ਫੈਡਰਲ ਆਫੀਸ਼ੀਅਲਸ ਨੇ 4,25,000 ਦੇ ਕਰੀਬ ਨਾਨ ਸਿਟੀਜ਼ਨਸ ਵਿਦ ਕ੍ਰਿਮੀਨਲ ਕਨਵਿਕਸ਼ਨ ਜਿਹੜੇ ਆ ਉਹ ਲਿਸਟ ਕੀਤੇ ਹੈਗੇ ਆ, ਜਿਹਦੇ ਵਿੱਚੋਂ 13,100 ਦੇ ਕਰੀਬ ਜੋ ਹੋਮੋਸਾਈਡ ਦੇ ਵਿੱਚ ਕਨਵਿਕਟ ਹੋਏ ਆ। ਪਰ ਸਾਰਿਆਂ ਨੂੰ ਕ੍ਰਿਮੀਨਲ ਕਹਿ ਦੇਣਾ, ਉਸ ਨੂੰ ਲੈ ਕੇ ਹੁਣ ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ। ਕਹਿੰਦੇ ਵੀ ਬਾਰਡਰ ਕ੍ਰਾਸ ਕਰਨਾ ਇਲੀਗਲੀ ਇਹ ਕ੍ਰਿਮੀਨਲ ਐਕਟ ਦੇ ਅੰਡਰ ਨਹੀਂ ਆਉਂਦਾ, ਇਹ ਸਿਵਲ ਵਾਇਲੇਸ਼ਨ ਦੇ ਅਗੇਂਸਟ ਆਉਂਦਾ ਹੈ। ਬਿਲਕੁਲ, ਪਰ ਉਹਨਾਂ ਨੇ ਕਲੀਅਰ ਆਪਣੀ ਮਨਸ਼ਾ ਜਿਹੜੀ ਉਹ ਸਾਫ਼ ਕਰ ਦਿੱਤੀ ਆ। ਚਾਹੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਆ, ਤੁਸੀਂ ਕ੍ਰਾਈਮ ਕੀਤਾ ਆ ਜਾਂ ਨਹੀਂ ਕੀਤਾ, ਉਹਨਾਂ ਦੀ ਨਜ਼ਰ ਦੇ ਵਿੱਚ ਸਾਰੇ ਹੀ ਇੱਥੇ ਅਨਡਾਕੂਮੈਂਟਡ ਲੋਕ ਉਹ ਕ੍ਰਿਮੀਨਲ ਨੇ। ਤੇ ਜਿੱਦਾਂ ਉਹ ਵਾਰ-ਵਾਰ ਕਹਿ ਰਹੇ ਵੀ ਅਸੀਂ ਕ੍ਰਿਮੀਨਲਸ ਨੂੰ ਫੜ ਕੇ ਬਾਹਰ ਜਿਹੜਾ ਉਹ ਕਰਨਾ ਆ, ਤਾਂ ਉਹ ਚੀਜ਼ ਤੁਹਾਡੇ ਸਾਹਮਣੇ ਆ। ਜਿਹੜੀ ਸਭ ਤੋਂ ਯੰਗੈਸਟ ਉਮਰ ਦੀ ਇਹ ਜਿਹੜੀ ਪ੍ਰੈਸ ਸੈਕਟਰੀ ਆ ਕੈਰੋਲਿਨਾ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਇਹ ਬਹੁਤ ਵੱਡਾ ਕਲਚਰ ਸ਼ੌਕ ਆ ਤੇ ਕਲਚਰ ਸ਼ਿਫਟ ਆ ਪਿਛਲੇ ਪ੍ਰਸ਼ਾਸਨ ਦੇ ਨਾਲੋਂ, ਤੇ ਤੁਹਾਨੂੰ ਹੌਲੀ-ਹੌਲੀ ਇਸ ਦੀ ਆਦਤ ਪੈਂਦਿਆਂ ਨੂੰ ਜਿਹੜਾ ਆ ਉਹ ਵਕਤ ਲੱਗ ਸਕਦਾ ਆ। ਸੋ ਅੱਜ ਵੀ ਹਰਜੋਤ ਸਿੰਘ ਜੀ ਛਾਪੇਮਾਰੀ ਜਿਹੜੀ ਆ ਉਹ ਲਗਾਤਾਰ ਜਿਹੜੀ ਉਹ ਜਾਰੀ ਰਹੀ ਹੈਗੀ ਆ, ਤੇ ਜਾਰੀ ਕਹਿੰਦੇ ਵੀ ਆਉਂਦੇ ਸਮੇਂ ਦੇ ਵਿੱਚ ਰਹਿਣੀ ਆ। ਜਿਹੜੀ ਲੇਟੈਸਟ ABC ਦੇ ਨਾਲ ਇੰਟਰਵਿਊ ਕੀਤੀ ਸੀ ਟੌਮ ਹੋਮਨ ਨੇ, ਤਾਂ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਪੋਰਟ ਆਫ ਐਂਟਰੀ ਦੇ ਉੱਤੇ ਆ ਕੇ ਜੇ ਅਪਲਾਈ ਕਰਨਾ ਹੈ ਅਸਾਈਲਮ ਤਾਂ ਕਰ ਸਕਦੇ ਹੋ। ਤਾਂ ਉੱਥੇ ਉਹਨਾਂ ਨੂੰ ਮੋੜਵਾਂ ਸਵਾਲ ਕੀਤਾ ਗਿਆ ਸੀ, ਕਹਿੰਦਾ ਵੀ ਜਿਹੜੇ CBP1 ਦਾ ਮਤਲਬ ਹੀ ਇਹ ਐਪ ਦਾ ਇਹੀ ਸੀਗਾ ਵੀ ਤੁਹਾਨੂੰ ਪੋਰਟ ਆਫ ਐਂਟਰੀ ਦੇ ਉੱਤੇ ਅਸਾਈਲਮ ਅਪਲਾਈ ਕਰਨ ਦੇ ਲਈ ਮੌਕਾ ਜਿਹੜਾ ਉਹ ਦਿੰਦੇ ਆ, ਪਰ ਉਹਨਾਂ ਨੇ ਇਸ ਚੀਜ਼ ਨੂੰ ਬੇਸਿਕਲੀ ਰੱਦ ਜਿਹੜਾ ਉਹ ਕਰ ਦਿੱਤਾ। ਤੇ ਇਸ ਮੌਕੇ ਜੋ ਰਿਪੋਰਟਸ ਆ ਰਹੀਆਂ ਆ ਬਾਰਡਰ ਤੋਂ, ਬਾਰਡਰ ਪੂਰੀ ਤਰ੍ਹਾਂ ਕਹਿੰਦੇ ਵੀ ਸੁੰਨਸਾਨ ਜਿਹੜਾ ਉਹ ਹੋਇਆ ਪਿਆ ਆ। ਗ੍ਰੈਗ ਐਬਟ ਜਿੱਦਾਂ ਸਵੇਰੇ ਵੀ ਦੱਸਿਆ ਸੀ, 400 ਤੋਂ ਵੱਧ ਨਵੇਂ ਜਿਹੜੇ ਫੌਜੀ ਆ ਉਹਨਾਂ ਨੂੰ ਹੋਰ ਬਾਰਡਰ ਦੇ ਉੱਤੇ CBP ਦੀ ਮਦਦ ਦੇ ਲਈ ਆਲਰੇਡੀ ਘੱਲ ਚੁੱਕੇ ਹੈਗੇ ਆ। ਛਾਪੇਮਾਰੀ ਦਾ ਜਿਹੜਾ ਦੌਰ ਆ ਅੱਜ ਕੈਲੀਫੋਰਨੀਆ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਾਰੀ ਜਿਹੜਾ ਹੋ ਰਿਹਾ।
ਬੇ ਏਰੀਏ ਤੋਂ ਲੈ ਕੇ ਕੈਲੀਫੋਰਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਛਾਪੇਮਾਰੀ ਦੀਆਂ ਜਿਹੜੀਆਂ ਰਿਪੋਰਟਾਂ ਆ, ਇਮੀਗ੍ਰੇਸ਼ਨ ਦੀਆਂ ਰੇਡਸ ਦੀਆਂ ਜਿਹੜੀਆਂ ਰਿਪੋਰਟਸ ਆ, ਉਹ ਆਉਂਦੀਆਂ ਰਹੀਆਂ ਆ। ਨਿਊਯਾਰਕ ਦੇ ਵਿੱਚ ਲੋਕ ਸਰਪ੍ਰਾਈਜ਼ ਹੋ ਗਏ ਜਦੋਂ 6 ਵਜੇ ਆਈਸ ਵਾਲਿਆਂ ਨੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ, ਬ੍ਰੌਂਕਸ ਦਾ ਜੋ ਏਰੀਆ ਹੈ, ਇੱਥੇ ਪੰਜਾਬੀ ਵੀ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ, ਉੱਥੇ ਜਦੋਂ ਛਾਪੇ ਮਾਰੇ ਤੇ ਉਸ ਟਾਈਮ ਦੇ ਉੱਤੇ ਜਿਹੜੇ ਗਵਰਨਮੈਂਟ ਦੇ ਆਫੀਸ਼ੀਅਲਸ ਆ, ਉਹ ਵੀ ਹਾਜ਼ਰ ਸੀਗੇ। ਸੋ ਇਹ ਸਾਰਿਆਂ ਦੇ ਲਈ ਬੜਾ ਜਿਹੜਾ ਸਰਪ੍ਰਾਈਜ਼ ਸੀਗਾ। ਤੇ ਇੱਕ ਬੀਬੀ ਨੂੰ ਉਸ ਛਾਪੇ ਦੇ ਵਿੱਚ, ਜਦੋਂ ਉਹ ਉੱਥੇ ਛਾਪਾ ਮਾਰਿਆ, ਅਰੈਸਟ ਵੀ ਕੀਤਾ ਗਿਆ ਹੈਗਾ। ਇਸ ਤੋਂ ਬਿਨਾਂ ਅਮਰੀਕਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਇਮੀਗ੍ਰੇਸ਼ਨ ਵੱਲੋਂ ਰੇਡਸ ਕੀਤੀਆਂ ਗਈਆਂ, ਫਿਲਾਡੈਲਫੀਆ ਦੇ ਵਿੱਚ ਰੇਡ ਕੀਤੀਆਂ ਗਈਆਂ ਹੈਗੀਆਂ ਆ। ਓਕਲਾਹੋਮਾ ਜਿਹੜੀ ਸਟੇਟ ਆ, ਉਹਨਾਂ ਦੇ ਜੋ ਸਟੇਟ ਦਾ ਐਜੂਕੇਸ਼ਨ ਡਿਪਾਰਟਮੈਂਟ ਆ, ਉਹਨਾਂ ਨੇ ਇਹ ਕਹਿ ਦਿੱਤਾ ਆ ਵੀ ਸਟੂਡੈਂਟਸ ਨੂੰ ਦੱਸਣਾ ਪਊਗਾ ਵੀ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਸਟੇਟਸ ਕੀ ਆ। ਜੇ ਉਹ ਲੀਗਲ ਹੋਣਗੇ ਤਾਂ ਹੀ ਸਕੂਲ 'ਚ ਐਡਮਿਟ ਕੀਤਾ ਜਾਊਗਾ। ਤੇ ਇਸ ਤੋਂ ਬਿਨਾਂ ਨਵਾਹੋ ਨੇਸ਼ਨ ਦੇ ਲੀਡਰ ਨੇ ਵੀ ਅਲਾਰਮ ਕੀਤਾ ਆ ਵੀ ਉਹਨਾਂ ਦੇ ਜਿਹੜੇ ਇੰਡੀਜੀਨੀਅਸ ਪੀਪਲ ਆ, ਉਹਨਾਂ ਨੂੰ ਕੁਐਸਚਨ ਕੀਤਾ ਜਾ ਰਿਹਾ ਹੈਗਾ ਆ। ਟੋਟਲ ਹੁਣ ਤੱਕ 3500 ਦੇ ਕਰੀਬ ਪਹਿਲੇ ਵੀਕ ਦੇ ਵਿੱਚ ਜੋ ਅਰੈਸਟ ਆ ਟਰੰਪ ਉਹਨਾਂ ਵੱਲੋਂ ਕੀਤੇ ਗਏ ਹੈਗੇ ਆ। ਸ਼ਿਕਾਗੋ, ਕੈਲੀਫੋਰਨੀਆ ਦੇ ਕਈ ਏਰੀਏ, ਨਿਊਯਾਰਕ, ਵੱਖ-ਵੱਖ ਜਗ੍ਹਾ ਤੇ ਅਪਡੇਟ ਹੋ ਰਹੀ ਆ। ਤੇ ਇਸ ਤੋਂ ਬਿਨਾਂ ਵੱਡੀ ਗਿਣਤੀ ਦੇ ਵਿੱਚ ਅਟਲਾਂਟਾ ਦੇ ਵਿੱਚ ਵੀ ਹੋਏ ਆ, ਫੀਨਿਕਸ ਵਿੱਚ ਵੀ ਹੋਏ ਆ, ਮਿਆਮੀ 'ਚ ਵੀ ਰੇਡਸ ਹੋਈਆਂ ਹੈਗੀਆਂ। ਕੈਲੀਫੋਰਨੀਆ ਦੇ ਵਿੱਚ ਵੀ ਰੇਡਸ ਹੋਈਆਂ। ਅੱਜ ਕੈਲੀਫੋਰਨੀਆ ਦੇ ਬੇ ਏਰੀਏ ਦੇ ਸ਼ਹਿਰ ਸੈਨ ਹੋਜ਼ੇ ਦੇ ਵਿੱਚ ਸੈਂਟਰ ਰੋਡ ਦੇ ਲਾਗੇ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਹੋਇਆ, ਉਹ ਅਨਡਾਕੂਮੈਂਟਡ ਲੋਕ ਜਿਹੜੇ ਆ ਉਹਨਾਂ ਦੇ ਹੱਕ ਦੇ ਵਿੱਚ। ਜੀ, ਬਿਲਕੁਲ ਹਰਜੋਤ ਸਿੰਘ, ਇਹ ਵੀ ਰਿਪੋਰਟਸ ਆ ਰਹੀਆਂ ਵੀ ਇੱਕ 7-11 ਤੋਂ ਆਪਣਾ ਵੀ ਮੁੰਡੇ ਨੂੰ ਜਿਹੜਾ ਆ, ਇੱਕ ਪੰਜਾਬੀ ਮੂਲ ਦੇ ਮੁੰਡੇ ਨੂੰ ਵੀ ਜਿਹੜਾ ਉਹ ਗ੍ਰਿਫਤਾਰ ਜੇ ਫਰੀਮੌਂਟ ਏਰੀਏ 'ਚੋਂ ਉਹਨੂੰ ਚੱਕਿਆ ਗਿਆ। ਕਹਿੰਦੇ ਵੀ ਪਰਸੋਂ ਉਹਨਾਂ ਦੇ ਸਟੋਰ ਤੇ ਗਏ ਸੀ ਤੇ ਸਿਵਲ ਵਰਦੀ 'ਚ ਅਗਲੇ ਚੈੱਕ ਕਰ ਗਏ ਤੇ ਕੱਲ ਉਹ ਚੱਕ ਕੇ ਲੈ ਗਏ। ਪਤਾ ਇਹ ਲੱਗਿਆ ਵੀ 15 ਸਾਲ ਪਹਿਲਾਂ ਉਹ ਡਿਪੋਰਟ ਹੋਇਆ ਸੀ, ਮੁੜ ਕੇ ਵਾਪਸ ਆਇਆ ਸੀ ਤੇ ਹੁਣ ਪਤਾ ਨਹੀਂ ਕੀ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਹੋਊਗਾ। ਕੰਮ ਕਰ ਰਿਹਾ ਸੀ ਉੱਥੋਂ, ਉਹਨਾਂ ਨੇ ਚੱਕ ਲਿਆ ਉਸਨੂੰ। ਜੀ ਬਿਲਕੁਲ। ਉਧਰ ਆਈਸ ਰੇਡਸ ਦੇ ਵਿੱਚ ਯਾਦ ਹੋਣਾ ਹਰਜੋਤ ਸਿੰਘ ਜੀ ਵੀ ਕੁਝ ਮਹੀਨੇ ਪਹਿਲਾਂ ਇੱਕ ਕੋਲੋਰਾਡੋ ਦਾ ਅਪਾਰਟਮੈਂਟ ਬਿਲਡਿੰਗ ਬਹੁਤ ਖਬਰਾਂ ਦੇ ਵਿੱਚ ਆਈ ਸੀ, ਜਿੱਥੇ ਇੱਕ ਜਿਹੜੇ ਗੈਂਗ ਲੀਡਰ ਵੈਨੇਜ਼ੁਏਲਾ ਦੇ, ਉਹ ਉੱਥੇ ਹਫਤਾ ਜਿਹੜਾ ਉਹ ਵਸੂਲ ਰਹੇ ਸੀ ਲੋਕਾਂ ਤੋਂ। ਕਹਿੰਦੇ ਵੀ ਉਹਨਾਂ ਦਾ ਜਿਹੜਾ ਗੈਂਗ ਲੀਡਰ ਸੀਗਾ ਮੇਨ, ਅਰੋਰਾ ਅਪਾਰਟਮੈਂਟ ਦੇ ਵਿੱਚ, ਉਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਆ। ਟ੍ਰੈਨ ਡੇ ਅਰੂਗਵਾ ਗੈਂਗ ਦਾ ਉਹ ਮੈਂਬਰ ਸੀਗਾ, ਵੈਨੇਜ਼ੁਏਲਾ ਦਾ ਉਹ ਰਹਿਣ ਵਾਲਾ ਸੀ ਤੇ ਨਿਊਯਾਰਕ ਦੇ ਵਿੱਚ ਆਈਸ ਦੀ ਜਿਹੜੀਆਂ ਡੈਪੂਟੇਸ਼ਨ ਰੇਡਸ ਆ, ਉਸ ਦੇ ਦਰਮਿਆਨ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਕ੍ਰਿਸਟੀ ਨਿਯੋਮ, ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀ, ਉਹ ਜਿਹੜੇ US ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਦੇ ਨਵੇਂ ਸਕੱਤਰ ਜਿਹੜੇ ਉਹ ਬਣੇ ਆ, ਅਪਰੂਵ ਹੋਏ ਆ, ਸੈਨੇਟ ਨੇ ਮਨਜ਼ੂਰੀ ਦਿੱਤੀ ਆ, ਉਹ ਇਸ ਰੇਡ ਦੇ ਵਿੱਚ ਸ਼ਾਮਲ ਜਿਹੜੇ ਉਹ ਹੋਏ ਸੀਗੇ। ਸੋ ਇਹ ਇਸ ਮੌਕੇ ਜਿਹੜੀਆਂ ਚੀਜ਼ਾਂ ਆ, ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ। ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇਹ ਕਹਿ ਰਹੇ ਆ ਵੀ, ਜਿੱਦਾਂ ਤੁਸੀਂ ਪ੍ਰੈਸ ਸਕੱਤਰ ਦੀ ਗੱਲ ਕੀਤੀ ਆ, ਹੁਣ ਜਿਹੜੇ ਲੋਕ ਇੱਥੇ ਆਏ ਨੇ, ਚਾਹੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਆਏ ਆ, ਅਸਾਈਲਮ ਵੀ ਅਪਲਾਈ ਕੀਤਾ ਆ, ਹੁਣ ਉਹਨਾਂ ਦੀ ਇਨਫੋਰਮੇਸ਼ਨ ਤੇ ਇਹਦਾ ਮਤਲਬ ਉਹਨਾਂ ਦੇ ਕੋਲ ਹੈਗੀ ਹੋਈ ਹੈਗੀ ਆ। ਹੁਣ ਇੱਕ ਕਿਸ ਤਰੀਕੇ ਦੇ ਨਾਲ ਉਸ ਇਨਫੋਰਮੇਸ਼ਨ ਨੂੰ ਜਿਹੜੀ ਉਹ ਵਰਤੋਂ ਕਰਨਗੇ, ਇਹ ਜ਼ਰੂਰ ਜਿਹੜਾ ਮਾਹੌਲ ਡਿਫਰੈਂਟ ਕਾਈਂਡ ਆਫ ਜਿਹੜਾ ਬਣਿਆ ਪਿਆ। ਇਸ ਦਾ ਅਸਰ ਕੱਲਾ ਇਹ ਅਸਾਈਲਮ ਵਾਲਿਆਂ ਦੇ ਉੱਤੇ ਹੀ ਨਹੀਂ, ਜਿਹੜੇ ਨਾਨ ਇਮੀਗ੍ਰੈਂਟ ਵੀਜ਼ਾ, H1B ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, ਉਹਦੇ ਉੱਤੇ ਵੀ ਜਿਹੜਾ ਉਹ ਨਾਲ ਦੇ ਨਾਲ ਪੈਣ ਜਾ ਰਿਹਾ ਆ। H1B ਵੀਜ਼ੇ ਵਾਲਿਆਂ ਨੂੰ ਸਿੱਧੀਆਂ ਤੇ ਸਪਸ਼ਟ ਹਦਾਇਤਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਵੀ ਭਾਈ ਬਾਹਰ ਜਾ ਕੇ ਜਿਹੜੀ H1B ਦੀ ਐਕਸਟੈਂਸ਼ਨ ਦੇ ਲਈ ਨਾ ਸੋਚਿਓ, ਜਾਂ ਬਾਹਰ ਜਾ ਕੇ ਜੇ ਤੁਸੀਂ ਸੋਚਦੇ ਵੀ ਇੰਡੀਆ ਜਾ ਕੇ ਉੱਥੋਂ ਸਟੈਂਪ ਕਰਾ ਕੇ ਆ ਜਾਓਗੇ, ਤਾਂ ਉਹਦਾ ਦੋ ਟੁਕ ਆਨਸਰ ਆ ਵੀ ਨੋ, ਤੁਸੀਂ ਉੱਥੋਂ ਨਾ ਜਾਓ, ਇੱਥੇ ਹੀ ਐਕਸਟੈਂਸ਼ਨ ਲੈ ਕੇ ਤੇ ਇੱਥੇ ਹੀ ਜਿਹੜੇ ਰਹੋ। ਜਿਹੜੇ ਅਸਾਈਲਮ ਵਾਲੇ ਕਈ ਵਾਰੀ ਆਪਾਂ ਨੂੰ ਇਮੀਗ੍ਰੇਸ਼ਨ ਦੇ ਪ੍ਰੋਗਰਾਮ 'ਚ ਵੀ ਬਾਰ-ਬਾਰ ਪੁੱਛਦੇ ਸੀਗੇ ਵੀ ਭਾਈ ਹੁਣ ਅਸੀਂ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਬਾਹਰ ਘੁੰਮਾਈਏ, ਜਾਈਏ, ਸਾਰਿਆਂ ਨੂੰ ਇਹੀ ਹਦਾਇਤਾਂ ਆ ਵੀ ਭਾਈ ਜੀ ਇੱਥੇ ਹੈਗੇ ਆ ਤਾਂ ਟਿਕੇ ਰਹੋ ਤੇ ਬਸ ਇੰਨਾ ਹੀ ਅਰਦਾਸ ਕਰੋ ਵੀ ਕੋਈ ਜਿਹੜਾ ਫੜ ਫੜਈਏ ਵਾਲੇ ਤੋਂ ਬਚਾ ਰਵੇ। ਆਪਣੇ ਡਾਕੂਮੈਂਟੇਸ਼ਨ ਆਪਣੇ ਕੋਲ ਜਿਹੜੀ ਹਮੇਸ਼ਾ ਰੱਖੀ ਜਾਵੇ, ਤਾਂ ਜੋ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ
ਬਚਾਅ ਜਿਹੜਾ ਉਹ ਰਵੇ। ਸਟੂਡੈਂਟ ਵੀਜ਼ੇ ਦੇ ਵਿੱਚ ਵੀ ਉਹਨਾਂ ਨੇ ਵਾਰ-ਵਾਰ ਜਿਹੜੀਆਂ ਚੀਜ਼ਾਂ ਸਪਸ਼ਟ ਕੀਤੀਆਂ ਵੀ ਜਿਹੜਾ ਵੀ ਕੋਈ ਸਟੂਡੈਂਟ ਵੀਜ਼ੇ ਦਾ ਮਿਸਯੂਜ਼ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰੂਗਾ, ਉਹਨਾਂ ਦਾ ਜਿਹੜਾ ਸਟੂਡੈਂਟ ਵੀਜ਼ਾ ਵੀ ਜਿਹੜਾ ਉਹ ਰੱਦ ਕੀਤਾ ਜਾ ਸਕਦਾ ਹੈਗਾ, ਕਿਉਂਕਿ ਇਹ ਵੀ ਰੀਸੈਂਟਲੀ ਬਹੁਤ ਜ਼ਿਆਦਾ ਵਾਧਾ ਹੋਇਆ ਸੀ। ਸਟੂਡੈਂਟ ਵੀਜ਼ੇ ਤੋਂ ਬਾਅਦ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੇ ਅਸਾਈਲਮ ਜਿਹੜੇ ਉਹ ਅਪਲਾਈ ਕੀਤੇ ਸੀਗੇ। ਸੋ ਉਸ ਦੇ ਉੱਤੇ ਵੀ ਰੋਕ ਲੱਗਣ ਜਾ ਰਹੀ ਆ। ਖਾਸ ਕਰਕੇ ਇੱਕ ਹੋਰ ਚੀਜ਼ ਨਾਲ ਦੱਸੀ ਜਾ ਰਹੀ ਹੈ, ਜਿਹੜੇ ਗ੍ਰੀਨ ਕਾਰਡ ਹੋਲਡਰਸ ਵੀ ਆ, ਜਿਨ੍ਹਾਂ ਨੂੰ 6 ਮਹੀਨੇ ਤੋਂ ਵੱਧ ਅਮਰੀਕਾ ਤੋਂ ਬਾਹਰ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ, ਜੇ ਕੋਈ ਕਹਿੰਦੇ ਵੀ ਇਸ ਟਾਈਮ ਗ੍ਰੀਨ ਕਾਰਡ ਵਾਲਾ ਗਿਆ ਹੋਇਆ ਬਾਹਰ ਘੁੰਮਣ ਦੇ ਲਈ, ਜੇ 6 ਮਹੀਨੇ ਤੋਂ ਵੱਧ ਤੁਸੀਂ ਲਾ ਕੇ ਆਉਂਦੇ ਆ ਬਗੈਰ ਇਹਨਾਂ ਦੀ ਇਜਾਜ਼ਤ ਲਏ, ਤਾਂ ਇਹ ਕਹਿੰਦੇ ਵੀ ਉਹ ਬੈਟਰ ਆ ਵੀ ਤੁਸੀਂ ਪਹਿਲਾਂ ਜਾਂ ਤਾਂ ਇਜਾਜ਼ਤ ਲੈ ਕੇ ਜਾਓ, ਇਹਨਾਂ ਕੋਲ ਡਾਕੂਮੈਂਟ ਲੈ ਕੇ ਜਾਓ, ਨਹੀਂ ਤਾਂ ਵਾਪਸੀ ਤੇ ਹੋ ਸਕਦਾ ਵੀ ਤੁਹਾਨੂੰ ਜਿਹੜੀ ਇਹਦੀ ਐਨਫੋਰਸਮੈਂਟ ਦਾ ਜਿਹੜਾ ਉਹ ਸਾਹਮਣਾ ਕਰਨਾ ਪਵੇ। ਕੀ ਕਰਨਗੇ, ਰੱਦ ਕਰਨਗੇ, ਨਹੀਂ ਕਰਨਗੇ, ਇਹ ਤਾਂ ਭਵਿੱਖ ਦੇ ਵਿੱਚ ਹੀ ਆ। ਪਰ ਸਾਰਿਆਂ ਨੂੰ ਸਲਾਹ ਆ ਵੀ 6 ਮਹੀਨਿਆਂ ਤੋਂ ਪਹਿਲਾਂ ਜਿਹੜਾ ਆ ਉਹ ਗ੍ਰੀਨ ਕਾਰਡ ਵਾਲੇ ਜਿਹੜੇ ਉਹ ਵਾਪਸ ਮੁੜ ਕੇ ਜਿਹੜਾ ਉਹ ਆ ਜਾਣ ਇਸ ਤੋਂ ਪਹਿਲਾਂ, ਨਹੀਂ ਤਾਂ ਤੁਹਾਨੂੰ ਜਿਹੜੀ ਆ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ। ਅੱਜ ਦੂਜਾ ਵੱਡਾ ਧਮਾਕਾ ਜਿਹੜਾ ਹੈ ਵਾਈਟ ਹਾਊਸ ਨੇ ਇਹ ਕੀਤਾ ਵੀ ਫੈਡਰਲ EMPLOYE ਜਿਹੜੇ 23 ਲੱਖ ਫੈਡਰਲ EMPLOYEES ਆ, ਉਹਨਾਂ ਨੂੰ ਈਮੇਲ ਸੈਂਡ ਕੀਤੀ ਗਈ ਆ ਵੀ ਜੇ ਤੁਸੀਂ ਰਿਜ਼ਾਈਨ ਕਰੋਗੇ ਫਰਵਰੀ 6 ਤੋਂ ਪਹਿਲਾਂ ਆਪਣੀ ਪੋਸਟ ਤੋਂ, ਤੇ ਤੁਹਾਨੂੰ ਸਤੰਬਰ ਮਹੀਨੇ ਤੱਕ ਦੀ ਜਿਹੜੀ ਤਨਖਾਹ ਆ ਉਹ ਦਿੱਤੀ ਜਾਊਗੀ। ਨਹੀਂ ਤਾਂ ਜੇ ਫਰਵਰੀ 6 ਤੱਕ ਤੁਸੀਂ ਰਿਜ਼ਾਈਨ ਨਹੀਂ ਕਰਦੇ, ਉਹ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਡਿਪਾਰਟਮੈਂਟਸ ਆ ਉਹ ਬੰਦ ਹੋ ਸਕਦੀਆਂ ਆ ਤੇ ਤੁਹਾਡੀ ਜਿਹੜੀ ਜੌਬ ਆ ਉਹ ਜਾ ਸਕਦੀ ਆ, ਫਿਰ ਤੁਹਾਨੂੰ ਇਹ ਕੁਛ ਨਹੀਂ ਮਿਲੂਗਾ। ਇਹ ਫੈਡਰਲ EMPLOYEES ਨੂੰ 2.3 ਮਿਲੀਅਨ ਦੇ ਕਰੀਬ ਜਿਹੜੇ ਫੈਡਰਲ EMPLOYEES ਆ ਉਹਨਾਂ ਨੂੰ ਈਮੇਲ ਗਈ, ਜਿਹਦਾ ਟਾਈਟਲ ਫੋਰਕ ਇਨ ਦਾ ਰੋਡ ਲਿਖਿਆ ਹੋਇਆ ਸੀ। ਇਹ ਸੇਮ ਟਾਈਟਲ ਐਲੋਨ ਮਸਕ ਨੇ ਜਦੋਂ ਟਵਿੱਟਰ ਖਰੀਦਿਆ ਸੀ ਉਸ ਟਾਈਮ ਦੇ ਉੱਤੇ ਜਿਹੜੇ EMPLOYEES ਨੂੰ ਈਮੇਲ ਲਿਖੀ ਸੀ, ਉਸਨੇ ਇਹਦਾ ਸੇਮ ਟਾਈਟਲ ਉਸ ਟਾਈਮ ਦੇ ਉੱਤੇ ਲਿਖਿਆ ਹੋਇਆ ਸੀ। ਸਰੋਤਿਆਂ ਨੂੰ ਯਾਦ ਹੋਊਗਾ ਵੀ ਐਲੋਨ ਮਸਕ ਹੋਣੀ ਇਹ ਕਿਹਾ ਸੀ ਵੀ ਜਿਹੜੀ ਡੋਜ ਉਹਨਾਂ ਦੀ ਜਿਹੜੀ ਡਿਪਾਰਟਮੈਂਟ ਬਣਾਈ ਗਈ ਆ ਉਹਦੇ ਨਾਲ ਉਹ ਬਹੁਤ ਜ਼ਿਆਦਾ ਕੱਟ ਕਰਨਗੇ ਤੇ $1 ਟ੍ਰਿਲੀਅਨ ਪਹਿਲੇ 2 ਸਾਲਾਂ ਦੇ ਵਿੱਚ ਬਚਾਣਗੇ। ਸੋ ਆਫਿਸ ਆਫ ਪਰਸਨਲ ਮੈਨੇਜਮੈਂਟ ਨੇ ਇਹ ਅੱਜ ਜਿਹੜਾ ਮੈਮੋ ਆ ਉਹ ਸਾਰੇ ਹੀ ਜਿਹੜੇ ਫੈਡਰਲ EMPLOYEES ਆ ਉਹਨਾਂ ਨੂੰ ਭੇਜਿਆ ਹੈਗਾ। ਜੀ ਬਿਲਕੁਲ। ਸੋ ਜਿੰਨੇ ਵੀ ਫੈਡਰਲ EMPLOYEES ਆ ਉਹਨਾਂ ਨੂੰ ਹੁਣ ਆਪਸ਼ਨ ਹੋਊਗੀ ਵੀ 7-8 ਮਹੀਨੇ ਦਾ ਜਿਹੜਾ ਤੁਸੀਂ ਪੈਸੇ ਲੈ ਕੇ ਸੈਵਰੈਂਸ ਪੈਕੇਜ ਲੈ ਕੇ ਤੇ 6 ਫਰਵਰੀ ਤੱਕ ਅਸਤੀਫਾ ਦੇ ਦਿਓ, ਨਹੀਂ ਤਾਂ ਜੇ ਡਿਪਾਰਟਮੈਂਟ ਜੇ ਬੰਦ ਹੋ ਗਿਆ ਤਾਂ ਕਹਿੰਦੇ ਵੀ ਬਾਅਦ ਦੇ ਵਿੱਚ ਇਹ ਵੀ ਕੁਛ ਜਿਹੜਾ ਉਹ ਨਹੀਂ ਮਿਲਣਾ ਹੈਗਾ। ਜਿਹੜੇ ਪ੍ਰੈਸ ਸੈਕਟਰੀ ਆ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਟਰੰਪ ਹੁਣਾਂ ਦੇ ਕੋਲ ਇਹ ਅਖਤਿਆਰ ਹੈਗਾ ਆ, ਇਹ ਕਾਨੂੰਨ ਕਹਿੰਦੇ ਵੀ ਉਹ ਉਹਨਾਂ ਨੂੰ ਇਜਾਜ਼ਤ ਦਿੰਦਾ ਆ ਵੀ ਕਿਸੇ ਵੀ ਫੈਡਰਲ EMPLOYEE ਨੂੰ ਉਹ ਫਾਇਰ ਕਰ ਸਕਦੇ ਆ। ਉਹਨਾਂ ਨੇ ਆਉਂਦਿਆਂ ਹੀ ਜਿਹੜਾ ਚੀਜ਼ ਆਪਾਂ ਦੇਖੀ ਵੀ ਜਿਹੜੇ ਕਈ ਇੰਸਪੈਕਟਰ ਜਨਰਲਸ ਆ ਵੱਖ-ਵੱਖ ਮਹਿਕਮਿਆਂ ਦੇ ਵਿੱਚ ਉਹਨਾਂ ਨੂੰ ਫਾਇਰ ਕਰ ਦਿੱਤਾ ਸੀਗਾ। ਸੋ ਇਹ ਜਿਹੜੀ ਇਸ ਟਾਈਮ ਜਿਹੜੀ ਸਥਿਤੀ ਬਣੀ ਪਈ ਆ। ਸੋ ਇਹਨਾਂ ਦਾ ਇਹੀ ਮੁੱਖ ਮੁੱਦਾ ਇਹੀ ਆ ਵੀ ਜਿੰਨੇ ਵੀ ਫੈਡਰਲ EMPLOYEES ਆ ਕੇ ਫੈਡਰਲ ਬਿਲਡਿੰਗਸ ਦੇ ਵਿੱਚ ਆ ਕੇ ਕੰਮ ਕਰਨ, ਘਰੋਂ ਜਿਹੜਾ ਕੰਮ ਤੁਹਾਡਾ ਅਸੀਂ ਬਿਲਕੁਲ ਬੰਦ ਕਰਾਂਗੇ। ਉਹ ਐਗਜ਼ੈਕਟਿਵ ਆਰਡਰ ਵੀ ਇਹਨਾਂ ਨੇ ਜਾਰੀ ਕਰ ਦਿੱਤਾ ਹੋਇਆ ਆ ਪਹਿਲੋਂ ਤੋਂ ਹੀ, ਤੇ ਹੁਣ ਇਸੇ ਚੀਜ਼ ਦੇ ਵਿੱਚ ਉਹਨਾਂ ਨੇ ਅੱਗੇ ਜਿਹੜਾ ਵਧਦੇ ਹੋਏ ਆਪਸ਼ਨ ਜਿਹੜੀ ਉਹ ਦੇ ਦਿੱਤੀ ਆ। ਵਾਈਟ ਹਾਊਸ ਸੋਚਦਾ ਆ ਵੀ 5 ਤੋਂ 10% ਜਿਹੜੀ ਫੈਡਰਲ ਵਰਕਫੋਰਸ ਆ ਉਹ ਇਸ ਬਾਏ ਆਊਟ ਰਿਜ਼ਾਈਨ ਨੂੰ ਜਿਹੜੀ ਉਹ ਲੈ ਸਕਦੀ ਆ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਦੇਖਦੇ ਆ ਅੱਗੇ ਕੀ ਜਿਹੜਾ ਉਹ ਬਣੇਗਾ। ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਰੇ ਸਿਸਟਮਸ ਆਪਣੇ ਹਿਸਾਬ ਦੇ ਨਾਲ ਓਵਰਹਾਲ ਕਰਨੇ ਸ਼ੁਰੂ ਕੀਤੇ ਆ ਇਸ ਟਾਈਮ ਪੂਰੀ ਤਰ੍ਹਾਂ ਤੜਥੱਲੀ ਜਿਹੜੀ ਆ ਹਰਜੋਤ ਸਿੰਘ ਜੀ ਹਰ ਇੱਕ ਮਹਿਕਮੇ 'ਚ ਹਰ ਇੱਕ ਥਾਂ ਦੇ ਉੱਤੇ ਜਿਹੜੀ ਉਹ ਮਚੀ ਹੋਈ ਆ। ਫੈਡਰਲ ਗ੍ਰਾਂਟਸ ਦੇ ਪ੍ਰੋਗਰਾਮ ਦੀ ਜੇ ਗੱਲ ਕਰਦੇ ਜਾਈਏ, ਜਿਹੜਾ ਸਵੇਰੇ ਧਮਾਕਾ ਹੋਇਆ ਸੀ ਉਹ ਹਾਲ ਦੀ ਘੜੀ DC ਦੇ ਇੱਕ ਫੈਡਰਲ ਕੋਰਟ ਨੇ ਉਸ ਦੇ ਉੱਤੇ ਸਟੇ ਲਾ ਦਿੱਤੀ ਆ। ਜਿਹੜੀ ਫੈਡਰਲ ਗ੍ਰਾਂਟਸ ਨੂੰ ਇਹਨਾਂ ਨੇ ਰੋਕਿਆ ਸੀ ਉਸ ਰੋਕ ਨੂੰ ਜਿਹੜਾ ਹਾਲ ਦੀ ਘੜੀ ਇਹਨਾਂ ਨੇ ਰੋਕ ਦਿੱਤਾ ਹੈਗਾ ਆ। ਸੋ ਇਹ ਵੀ ਜਿਹੜੀ ਉਸ ਦੇ ਬਾਬਤ ਰਿਪੋਰਟ ਜਿਹੜੀ ਉਹ ਆ ਰਹੀ ਹੈਗੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਸੈਕਰਾਮੈਂਟੋ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਵੀ ਉਹ ਸੈਕਰਾਮੈਂਟੋ ਹਿਊਮਨ ਟ੍ਰੈਫਿਕਿੰਗ ਟਾਸਕ ਫੋਰਸ ਬਣਾਉਣ ਜਾ ਰਹੇ ਹੈਗੇ ਆ। ਅੱਜ ਸਵੇਰੇ 11:30 ਵਜੇ ਦੇ ਕਰੀਬ ਸਟਾਕਟਨ ਬੁਲੇਵਾਰਡ ਦੇ ਉੱਤੇ ਜੋ ਇੱਕ ਏਰੀਆ ਹੈ ਉਸ ਨੂੰ ਬਲੇਡ ਕਰਕੇ ਜਾਣਿਆ ਜਾਂਦਾ ਹੈ,
ਜਿੱਥੇ ਬਹੁਤ ਜ਼ਿਆਦਾ ਪ੍ਰੋਸਟੀਟਿਊਸ਼ਨ ਹੁੰਦੀ ਆ, ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਥੀਨ ਹੋ ਨੇ, ਸੈਕਰਾਮੈਂਟੋ ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਆ, ਬੜਾ ਇਹ ਵੀ ਧੜੱਲੇਦਾਰ ਡਿਸਟ੍ਰਿਕਟ ਅਟਾਰਨੀ ਆ, ਜਿਸ ਨੇ ਆਪਣੀ ਹੀ ਕਾਉਂਟੀ, ਆਪਣੀ ਹੀ ਸਿਟੀ ਦੇ ਅਗੇਂਸਟ ਲਾ ਸੂਟ ਫਾਈਲ ਕੀਤੇ ਆ। ਭਈ ਜੇ ਤੁਸੀਂ ਨਹੀਂ ਆਪਣੇ ਪਾਰਕ, ਆਪਣੇ ਸਕੂਲ ਜਾਂ ਆਪਣੀਆਂ ਜਿਹੜੀਆਂ ਗਵਰਨਮੈਂਟ ਦੀਆਂ ਬਿਲਡਿੰਗਸ ਹੋਮਲੈਸ ਲੋਕਾਂ ਤੋਂ ਜਾਂ ਕ੍ਰਾਈਮ ਤੋਂ ਨਹੀਂ ਬਚਾ ਸਕਦੇ, ਤੇ ਆਮ ਲੋਕ ਫਿਰ ਕਾਹਤੇ ਉਹਨਾਂ ਨੂੰ ਤੁਸੀਂ ਟਿਕਟਾਂ ਜਾਰੀ ਕਰਦੇ ਹੈਗੇ ਆ। ਸੋ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਸੈਕਰਾਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਥੀਨ ਹੋ, ਸੈਕਰਾਮੈਂਟੋ ਪੁਲਿਸ ਚੀਫ ਕੈਥੀ ਲੈਸਟਰ, US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਰਿਪਰੈਜ਼ੈਂਟੇਟਿਵ ਸੀਗੇ, ਕੈਲੀਫੋਰਨੀਆ ਅਸੈਂਬਲੀ ਮੈਂਬਰ ਮੈਗੀ ਕਰੈਲ ਤੇ ਕੈਲੀਫੋਰਨੀਆ ਅਸੈਂਬਲੀ ਮੈਂਬਰ ਸਟੈਫਨੀ ਨਿਊਨ, ਇਹ ਸਾਰੇ ਉੱਥੇ ਹਾਜ਼ਰ ਸੀ। ਕਹਿੰਦੇ ਵੀ ਇਹ ਅਸੀਂ ਜੋ ਸੈਕਰਾਮੈਂਟੋ 'ਚ ਚੱਲ ਰਿਹਾ, ਇਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਬੰਦ ਕਰਾਂਗੇ, ਤੇ ਜੇ ਕੋਈ ਸੁਲਿਸਟ ਕਰਦਾ ਆ 15 ਸਾਲਾਂ ਤੋਂ ਥੱਲੇ ਬੱਚੇ ਦੀ ਏਜ ਤੋਂ ਘੱਟ ਉਮਰ ਵਾਲੇ ਬੱਚੇ ਨੂੰ ਫॉर ਸੈਕਸ, ਤੇ ਉਹਨਾਂ ਨੂੰ ਜਿਹੜੇ ਆ ਇਮੀਡੀਏਟਲੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੇ ਆਪਣੇ ਪ੍ਰੈਸ ਸਕੱਤਰ ਦੇ ਜ਼ਰੀਏ ਨਿਊ ਜਰਸੀ ਦੇ ਡਰੋਨਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਨਤਕ ਕੀਤੀ ਹੈਗੀ ਆ। ਕੈਰੋਲਾਈਨ ਲਿਵਿਟ, ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜੇ ਮਿਸਟਰੀ ਡਰੋਨਸ ਨਿਊ ਜਰਸੀ ਦੇ ਵਿੱਚ 2024 ਦੇ ਅਖੀਰ ਦੇ ਵਿੱਚ ਉੱਡਦੇ ਦੇਖੇ ਗਏ ਸੀ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਵੀ ਇਰਾਨ ਵਾਲਿਆਂ ਨੇ ਛੱਡੇ ਆ, ਏਲੀਅਨ ਆ ਗਏ ਆ ਜਾਂ ਪਤਾ ਨਹੀਂ ਕੀ ਆ। ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਮੈਨੂੰ ਹੁਣੇ ਓਵਲ ਆਫਿਸ ਦੇ ਵਿੱਚ ਦੱਸਿਆ ਆ ਵੀ ਇਹ ਸਾਰੇ ਜਿਹੜੇ ਡਰੋਨਸ ਆ ਆਥੋਰਾਈਜ਼ ਕੀਤੇ ਗਏ ਸੀ FAA ਫੈਡਰਲ ਏਵੀਏਸ਼ਨ ਦੇ ਦੁਆਰਾ, ਵੀ ਇਹ ਉਡਾਏ ਜਾ ਸਕਦੇ ਹੈਗੇ ਆ। ਸੋ ਕਹਿੰਦੇ ਵੀ ਮੈਂ ਨਿਊਜ਼ ਡਾਇਰੈਕਟਲੀ ਪ੍ਰੈਜ਼ੀਡੈਂਟ ਤੋਂ ਜਿਹੜੀ ਉਹ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰ ਰਹੀ ਆ। ਸੋ ਕਹਿੰਦੇ ਵੀ ਇਹ ਰਿਸਰਚ ਤੇ ਸਟੱਡੀ ਦੇ ਲਈ ਇਹਨਾਂ ਡਰੋਨਸ ਨੂੰ ਉਡਾਇਆ ਜਾ ਰਿਹਾ ਸੀਗਾ। ਸੋ ਉਦੋਂ ਵੀ ਲੋਕਾਂ ਨੇ ਕਿਹਾ ਸੀਗਾ ਵੀ ਭਾਈ ਜਿਹੜੇ ਸਰਕਾਰ ਇਸ ਟਾਈਮ ਚੁੱਪ ਆ, ਦੱਸ ਨਹੀਂ ਰਹੀ, ਇਹਦੇ ਪਿੱਛੇ ਇਹੀ ਲੱਗਦਾ ਆ, ਨਾਲੇ ਜਿੰਨੇ ਜਸੂਸੀ ਕਰਨੀ ਹੋਵੇ ਉਹ ਡਰੋਨ ਦੇ ਉੱਤੇ ਲਾਈਟਾਂ ਲਾ ਕੇ ਨਹੀਂ ਆਉਂਦੇ, ਜੇ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਆ ਉਹ ਇਕੱਠੀ ਜਿਹੜੀ ਉਹ ਕਰਨੀ ਹੋਵੇ। ਇਹਨਾਂ ਨੇ ਦੱਸਿਆ ਵੀ ਬਹੁਤ ਸਾਰੇ ਜਿਹੜੇ ਡਰੋਨ ਆ ਉਹ ਜਿਹੜੇ ਹੌਬੀਇਸਟ ਆ, ਰੀਕ੍ਰੀਏਸ਼ਨਲ ਤੇ ਪ੍ਰਾਈਵੇਟ ਇੰਡੀਵਿਜੂਅਲਸ ਜਿਹੜੇ ਡਰੋਨਸ ਉਡਾਉਣ ਦੇ ਸ਼ੌਕੀਨ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜੇ ਇਹ ਡਰੋਨਸ ਉਡਾਏ ਗਏ ਸੀ। ਕਹਿੰਦੇ ਵੀ ਕਰਿਓਸਿਟੀ ਦੇ ਨਾਲ ਜਿਹੜੇ ਸਮਾਂ ਪਾ ਕੇ ਚੀਜ਼ ਜਿਹੜੀ ਆ ਮਿਸਟਰੀ ਆ ਇਹ ਬਣਦੀ ਗਈ, ਪਰ ਇਹ ਐਨਮੀ ਦੇ ਨਹੀਂ ਸੀਗੇ। ਸੋ ਟਰੰਪ ਹੁਣਾਂ ਨੇ ਇਸ ਚੀਜ਼ ਬਾਬਤ ਦੱਸਿਆ ਵੀ FAA ਦੇ ਹੀ ਦਿਸ਼ਾ ਨਿਰਦੇਸ਼ਾਂ ਹੇਠ ਨਿਊ ਜਰਸੀ ਦੇ ਜਿਹੜੇ ਡਰੋਨ ਆ ਉਹ ਉਡਾਏ ਗਏ ਸੀਗੇ। ਅਗਲੀ ਖਬਰ ਵੱਲ ਚਲੀਏ, ਜਿਹੜਾ ਪਿਛਲੇ ਦਿਨਾਂ 'ਚ ਵੀ ਮੈਂ ਸਾਂਝੀ ਕੀਤੀ ਸੀ ਖਬਰ, ਪਈ ਫ੍ਰਿਜ਼ਨੋ ਏਰੀਏ ਦਾ ਬੰਦਾ ਜੋ ਆ ਕੈਲੀਫੋਰਨੀਆ ਨੂੰ ਆਪਣਾ ਸੈਪਰੇਟ ਮੁਲਕ ਬਣਾਉਣ ਦੇ ਵਿੱਚ ਜੋ ਲੀਡ ਆ ਉਹ ਲੈ ਰਿਹਾ ਹੈਗਾ ਆ। ਕੈਲੀਫੋਰਨੀਆ ਸੈਕਟਰੀ ਆਫ ਸਟੇਟ ਨੇ ਆਲਰੇਡੀ ਇਹ ਇਨੀਸ਼ੀਏਟਿਵ ਨੂੰ ਕਲੀਅਰ ਕਰ ਦਿੱਤਾ ਆ, ਤੇ ਹੁਣ ਜਿਹੜੇ ਸਿਗਨੇਚਰਸ ਆ ਉਹ ਕਲੈਕਟ ਕਰਨੇ ਵੀਰਵਾਰ ਨੂੰ ਸ਼ੁਰੂ ਹੋ ਜਾਣਗੇ। ਮਾਰਕਸ ਇਵਾਨਸ ਨਾਮ ਦਾ ਬੰਦਾ ਜੋ calexitnow.org ਆ, ਉਹ 2012 ਤੋਂ ਟਰਾਈ ਕਰ ਰਿਹਾ। ਇਸ ਵਾਰੀ ਉਹ ਕਹਿੰਦਾ ਆ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੋਣੀ ਮੈਜੋਰਟੀ ਵੋਟਰ ਨੂੰ ਰਿਪਰੈਜ਼ੈਂਟ ਕਰਦੇ ਆ, ਤੇ ਜਿਹੜੇ ਬਾਕੀ ਦੇ ਲੋਕ ਆ ਉਹਨਾਂ ਦੀ ਕੌਣ ਜਿਹੜਾ ਟੇਕ ਕੇਅਰ ਕਰੂਗਾ। ਕਹਿੰਦੇ ਵੀ ਸਿਰਫ ਆਜ਼ਾਦੀ ਹੀ ਇੱਕੋ ਇੱਕ ਹੱਕ ਹੈਗਾ, ਇੰਡੀਪੈਂਡੈਂਸ ਇਜ਼ ਦਾ ਓਨਲੀ ਵੇ ਆਊਟ। ਸੋ ਬਹੁਤ ਸਾਰੇ ਜਿਹੜੇ ਕੈਲੀਫੋਰਨੀਅਨਸ ਨੇ ਕਹਿੰਦੇ ਵੀ ਜਿਹੜੀ ਵੋਟ ਟਰੰਪ ਨੂੰ ਪਾਈ ਆ ਉਹ ਇਸ ਕਰਕੇ ਨਹੀਂ, ਉਹ ਇਸ ਕਰਕੇ ਪਾਈ ਆ ਵੀ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਸ਼ਟ ਡਾਊਨ ਕਰ ਦਿੱਤੀ ਕੈਲੀਫੋਰਨੀਆ ਦੀ ਇਕਨੋਮੀ ਫॉर ਈਅਰਸ। ਸੋ ਇਹ ਰੀਜ਼ਨ ਹੈਗਾ, ਜਿਹੜੇ ਲੋਕ ਆ ਉਹ ਬਹੁਤ ਸਾਰੇ ਅਪਸੈਟ ਹੈਗੇ ਆ। ਸੋ ਹੁਣ ਜੋ ਸਿਗਨੇਚਰ ਡਰਾਈਵ ਕਲੈਕਟ ਹੋਣਗੇ ਤੇ ਨਵੰਬਰ ਵਾਲੇ ਜਿਹੜਾ ਬੈਲਟ ਹੋਊਗਾ ਉਹਦੇ ਉੱਤੇ ਜਿਹੜਾ ਲੋਕ ਇਹ ਦੱਸਣਗੇ ਵੀ ਹਾਂ ਅਸੀਂ ਇੰਡੀਪੈਂਡੈਂਟ ਜਾਣਾ ਆ ਕਿ ਨਹੀਂ ਜਾਣਾ। ਪਰ ਇਹ ਕਾਫੀ ਲੰਮੀ ਚੌੜੀ ਪ੍ਰੋਸੈਸ ਆ, ਜਿਹੜੀ ਕਿ ਲਗਭਗ ਇੰਪੋਸੀਬਲ ਹੈਗੀ ਆ। ਪਰ 180 ਦਿਨਾਂ 'ਚ 5,46,651 ਸਿਗਨੇਚਰਸ ਉਹ ਇਕੱਠੇ ਕਰਨਗੇ, ਤੇ ਕਹਿੰਦੇ ਵੀ $10 ਮਿਲੀਅਨ ਦੇ ਕਰੀਬ ਉਹ ਖਰਚ ਆਵੇਗਾ ਇਸ ਸਾਰੇ ਕਾਸੇ ਤੇ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ, ਕੱਲ ਦੀ ਨਿਰਾਸ਼ਾਜਨਕ ਜਿਹੜੀ ਆ ਨੈਸਡੈਕ ਦੇ ਵਿੱਚ ਗਿਰਾਵਟ ਤੋਂ ਬਾਅਦ ਚ ਅੱਜ ਉਸਨੇ ਥੋੜੀ ਜਿਹੀ ਵਾਪਸੀ ਕੀਤੀ ਆ। ਓਵਰਆਲ ਡਾਊ ਜੋਨ ਦੀ ਪਹਿਲਾਂ ਗੱਲ ਕਰੀਏ ਤਾਂ 137 ਪੁਆਇੰਟ ਵੱਧ ਕੇ 44,850 ਦੇ ਉੱਤੇ ਬੰਦ ਹੋਇਆ। S&P ਜਿਹੜੀ ਆ 55 ਪੁਆਇੰਟ ਵੱਧ ਕੇ 6,068, ਨੈਸਡੈਕ 300 ਤੇ 92 ਪੁਆਇੰਟ ਵੱਧ ਕੇ 19,734 ਦੇ ਉੱਤੇ ਬੰਦ ਹੋਈ। ਸੋਨੇ ਦਾ ਭਾਅ $2,772 ਪ੍ਰਤੀ ਆਉਂਸ,
ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਰਹੀ ਆ। 10-year yield 4.5%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,01,915 ਤੇ ਇਥੀਰੀਅਮ $3,114 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 65 ਪੈਸੇ। $1 ਦੇ ਬਰਾਬਰ ਇੰਡੀਆ ਦੇ $86 ਤੇ 59 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।